हेलो स्टूडेंट्स, वेलकम टू केमिस्ट्री रियल। आज बेटे ਆਪਾਂ +1 ਦਾ ਨਵਾਂ ਚੈप्टर शुरू ਕਰਨ ਜਾ ਰਹੇ हैं जिस ਦਾ टाइटल है केमिकल बॉन्डिंग एंड मॉलिक्यूलर स्ट्रक्चर। सो सब तो पहला व्हाट इज केमिकल बॉन्ड। सो बेटा ਜਿਹੜੀ ਅਟਰੈਕਟਿਵ ਫੋਰਸ ਕਿਸੇ ਮੋਲੀਕਿਊਲ ਦੇ ਵਿੱਚ ਵੱਖ-ਵੱਖ ਐਟਮਸ ਨੂੰ ਜਾਂ ਕਿਸੇ ਕੈਮੀਕਲ ਸਪੀਸੀਜ਼ ਦੇ ਵਿੱਚ ਉਹਦੇ ਕਨਸਟੀਟੂਐਂਟ ਪਾਰਟੀਕਲਸ ਨੂੰ, ਜਿਵੇਂ ਹੋ ਸਕਦਾ ਹੈ ਆਇਨਸ ਹੋਣ ਕਨਸਟੀਟੂਐਂਟ ਪਾਰਟੀਕਲ, ਉਹਨਾਂ ਨੂੰ ਜਿਹੜੀ ਬੰਨ ਕੇ ਰੱਖਦੀ ਹੈ ਅਟਰੈਕਟਿਵ ਫੋਰਸ, ਉਸ ਨੂੰ ਕਿਹਾ ਜਾਂਦਾ ਹੈ ਕੈਮੀਕਲ ਬੌਂਡ। ਸੋ ਕੈਮੀਕਲ ਬੌਂਡ ਇਜ਼ ਦਾ ਅਟਰੈਕਟਿਵ ਫੋਰਸ ਔਰ ਦਾ ਬਾਈਂਡਿੰਗ ਫੋਰਸ which binds together the atoms in a molecule। ਹੁਣ ਜਿਵੇਂ ਆਕਸੀਜਨ ਦੀ ਐਗਜ਼ਾਮਪਲ ਲੈਣੇ ਆ, O2 ਮੋਲੀਕਿਊਲ ਜਾਂ ਓਜ਼ੋਨ O3 ਮੋਲੀਕਿਊਲ, ਇਹਦੇ ਚ ਦੋ ਆਕਸੀਜਨ ਐਟਮਸ ਆਪਸ ਚ ਡਬਲ ਬੌਂਡ ਦੇ ਨਾਲ ਕਨੈਕਟਡ ਹੈ। O3 ਓਜ਼ੋਨ ਦੇ ਵਿੱਚ ਯੂ ਕੈਨ ਸੀ ਤਿੰਨ ਆਕਸੀਜਨ ਐਟਮ ਆਪਸ ਚ ਇੱਕ ਦੂਜੇ ਨਾਲ ਜੁੜੇ ਹੋਏ ਹੈ। ਸੋ ਜਿਹੜੀ ਇਹ ਫੋਰਸਸ ਜਿਹੜੀਆਂ ਇਹਨਾਂ ਨੂੰ ਬੰਨ ਕੇ ਰੱਖਦੀਆਂ ਮੋਲੀਕਿਊਲ ਦੇ ਵਿੱਚ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਆਇਨਸ ਨੂੰ ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਬੰਨ ਕੇ ਰੱਖਦੀ ਹੈ, ਬਾਈਂਡ ਕਰਦੀ ਹੈ, ਉਹਨੂੰ ਆਪਾਂ ਕਹਿੰਦੇ ਆ ਕੈਮੀਕਲ ਬੌਂਡ। ਸੋ ਪਹਿਲਾ ਕੁਐਸਚਨ ਜਿਹੜਾ ਅਰਾਈਜ਼ ਹੁੰਦਾ ਹੈ ਉਹ ਹੈ ਕਿ ਬੌਂਡਿੰਗ ਕਿਉਂ ਹੁੰਦੀ ਹੈ, ਜਾਂ ਕਹਿ ਲਓ ਵੀ ਐਟਮਸ ਕੰਬਾਈਨ ਕਿਉਂ ਕਰਦੇ ਹੈ। ਬੇਟਾ ਇਹਦੇ ਲਈ ਕਾਫੀ ਥਿਊਰੀਜ਼ ਜਿਹੜੀਆਂ ਪਪੂਲਰ ਹੈ, ਬਟ ਆਪਾਂ ਮੇਨਲੀ ਦੋ ਥਿਊਰੀਜ਼ ਕਰਨੀ ਹੈ। ਇੱਕ ਤਾਂ ਹੈ ਇਲੈਕਟ੍ਰੋਨਿਕ ਥਿਊਰੀ ਕੈਮੀਕਲ ਬੌਂਡਿੰਗ ਦੀ, ਦੂਸਰੀ ਹੈ ਮਾਡਰਨ ਕਨਸੈਪਟ ਹੈ ਕੈਮੀਕਲ ਬੌਂਡਿੰਗ ਦਾ। ਜਿਹੜੀ ਇਲੈਕਟ੍ਰੋਨਿਕ ਥਿਊਰੀ ਹੈ ਇਹ ਆਕਟੇਟ ਰੂਲ ਤੇ ਆਧਾਰਿਤ ਹੈ, ਔਰ ਜਿਹੜਾ ਮਾਡਰਨ ਕਨਸੈਪਟ ਹੈ ਕੈਮੀਕਲ ਬੌਂਡਿੰਗ ਦਾ ਇਹ એનર્ਜੀ ਦੀ ਲੋਅਰਿੰਗ ਤੇ ਆਧਾਰਿਤ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਬੇਟਾ ਜੀ ਆਕਟੇਟ ਰੂਲ ਕਰਦੇ ਹਾਂ। ਸੋ ਆਕਟੇਟ ਰੂਲ ਕਿਸ ਚੀਜ਼ ਤੇ ਬੇਸਡ ਹੈ ਬੇਟਾ? ਐਕਚੁਅਲੀ ਸ਼ੁਰੂਆਤ ਦੇ ਵਿੱਚ ਇਹ ਅਬਜ਼ਰਵ ਕੀਤਾ ਗਿਆ ਸੀ ਕਿ ਨੋਬਲ ਗੈਸਸ ਕਿਸੇ ਨਾਲ ਰਿਐਕਟ ਨਹੀਂ ਕਰਦੀਆਂ, ਤੇ ਇਹਦਾ ਕਾਰਨ ਕੀ ਮੰਨਿਆ ਗਿਆ? ਕਿਉਂਕਿ ਉਹਨਾਂ ਕੋਲੇ ਫੁੱਲੀ ਫਿਲਡ ਕਨਫਿਗਰੇਸ਼ਨ ਹੁੰਦੀ ਹੈ ਵੈਲੈਂਸ ਸ਼ੈਲ ਦੇ ਵਿੱਚ, ਇਸ ਕਰਕੇ ਨੋਬਲ ਗੈਸਸ ਨੂੰ ਲੋੜ ਹੀ ਨਹੀਂ ਪੈਂਦੀ ਕਿਸੇ ਨਾਲ ਰਿਐਕਟ ਕਰਨ ਦੀ। ਸੋ ਨੋਬਲ ਗੈਸਸ ਤੋਂ ਇਨਸਪੀਰੇਸ਼ਨ ਲੈ ਕੇ ਸੋਚਿਆ ਗਿਆ, ਕੰਕਲੂਜਨ ਕੱਢੀ ਗਿਆ ਕਿ ਐਟਮਸ ਜਿਹੜੇ ਹੈ ਉਹ ਆਪਣਾ ਆਕਟੇਟ ਪੂਰਾ ਕਰਨ ਦੇ ਚੱਕਰ ਦੇ ਵਿੱਚ ਹੀ ਕੰਬਾਈਨ ਕਰਦੇ ਆ। ਆਕਟੇਟ ਦਾ ਮਤਲਬ ਕਿ ਉਹ ਆਪਣੇ ਵੈਲੈਂਸ ਸ਼ੈਲ ਦੇ ਵਿੱਚ 8 ਇਲੈਕਟ੍ਰॉन्स ਕਰਨਾ ਚਾਹੁੰਦੇ ਆ। ਇਹਦਾ ਮਤਲਬ ਇਹ ਹੋਇਆ ਕਿ ਉਹ ਆਪਣੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਨੂੰ ਸਟੇਬਲਾਈਜ਼ ਕਰਨਾ ਚਾਹੁੰਦੇ ਹੈ, ਤੇ ਇਲੈਕਟ੍ਰੋਨਿਕ ਕਨਫਿਗਰੇਸ਼ਨ ਨੂੰ ਸਟੇਬਲ ਬਣਾਉਣ ਦੇ ਲਈ ਜਾਂ ਤਾਂ ਇਲੈਕਟ੍ਰॉन ਲੂਜ਼ ਕਰਦੇ ਹੈ, ਜਾਂ ਗੇਨ ਕਰਦੇ ਹੈ, ਜਾਂ ਕਈ ਵਾਰੀ ਉਹ ਸ਼ੇਅਰ ਵੀ ਕਰਦੇ ਹੈ। ਮੋਲੀਕਿਊਲ ਜਦੋਂ ਬਣਦਾ ਹੈ ਨਾ, ਤਾਂ ਇਲੈਕਟ੍ਰॉन्स ਦਾ ਜਾਂ ਤਾਂ ਗੇਨ ਲਾਸ ਹੋਏਗਾ ਜਾਂ ਸ਼ੇਅਰਿੰਗ ਹੋਏਗੀ। ਲੂਇਸ ਦੇ ਅਨੁਸਾਰ ਐਟਮਸ ਜਿਹੜੇ ਹੈ ਉਹਨੂੰ ਆਪਾਂ ਦੋ ਹਿੱਸਿਆਂ ਚ ਡਿਵਾਈਡ ਕਰ ਸਕਦੇ ਹਾਂ, ਜਿਵੇਂ ਕਰਨਲ ਤੇ ਵੈਲੈਂਸ ਇਲੈਕਟ੍ਰॉन। ਕਰਨਲ ਕਿਸ ਨੂੰ ਕਿਹਾ ਉਹਨੇ ਕਿ ਨਿਊਕਲੀਅਸ ਪਲੱਸ ਵੈਲੈਂਸ ਇਲੈਕਟ੍ਰॉन्स ਨੂੰ ਜੇ ਛੋੜ ਦਈਏ ਤਾਂ ਬਾਕੀ ਦੇ ਜਿਹੜੇ ਇਲੈਕਟ੍ਰॉन्स ਹੈ ਉਹਨੂੰ ਕਿਹਾ ਗਿਆ ਇਨਰ ਇਲੈਕਟ੍ਰॉन। ਜਿਵੇਂ ਕੋਈ ਵੀ ਐਟਮ ਹੈ, ਨਿਊਕਲੀਅਸ ਹੈ, ਇਹਦੇ ਆਲੇ ਦੁਆਲੇ ਸ਼ੈਲਸ ਹੈ, ਔਰ ਜਿਹੜਾ ਸਭ ਤੋਂ ਬਾਹਰ ਵਾਲਾ ਸ਼ੈਲ ਹੈ ਇਹਨੂੰ ਕਿਹਾ ਜਾਂਦਾ ਹੈ ਵੈਲੈਂਸ ਸ਼ੈਲ। ਸੋ ਵੈਲੈਂਸ ਸ਼ੈਲ ਨੂੰ ਛੋੜ ਕੇ ਬਾਕੀ ਸਾਰੀ ਚੀਜ਼ ਜੋ ਹੈ ਨਿਊਕਲੀਅਸ ਤੇ ਇਨਰ ਇਲੈਕਟ੍ਰॉन्स, ਇਹਨਾਂ ਨੂੰ ਕਿਹਾ ਗਿਆ ਕਰਨਲ। ਸੋ ਲੂਇਸ ਨੇ ਕਿਹਾ ਕਿ ਐਟਮ ਨੂੰ ਜੇ ਆਪਾਂ ਐ ਦੇਖੀਏ ਵੀ ਐਟਮ ਇਜ਼ ਮੇਡ ਅਪ ਆਫ ਕਰਨਲ ਐਂਡ ਵੈਲੈਂਸ ਇਲੈਕਟ੍ਰॉन्स, ਤਾਂ ਕੁਝ ਇਸ ਤਰੀਕੇ ਨਾਲ ਆਪਾਂ ਆਕਟੇਟ ਪੂਰਾ ਕਰਨ ਦੇ ਲਈ ਬੌਂਡ ਫਾਰਮੇਸ਼ਨ ਨੂੰ ਸਮਝ ਸਕਦੇ ਹਾਂ। ਜਿਵੇਂ ਆਪਾਂ ਐਗਜ਼ਾਮਪਲ ਲੈਣੇ ਆ ਸੋਡੀਅਮ ਤੇ ਕਲੋਰੀਨ ਦੀ, ਕਿ ਸੋਡੀਅਮ ਦੀ ਕਨਫਿਗਰੇਸ਼ਨ ਹੈ 281। ਸੋ ਜੇ ਇਹ ਇੱਕ ਇਲੈਕਟ੍ਰॉन ਲੂਜ਼ ਕਰ ਦਿੰਦਾ ਹੈ ਤਾਂ ਕਟਾਇਨ ਬਣ ਜਾਏਗਾ 28। ਹੁਣ ਕਟਾਇਨ ਕਦੋਂ ਬਣਿਆ? ਜਦੋਂ ਆਹ ਲਾਸਟ ਇਲੈਕਟ੍ਰॉन ਨੂੰ ਗੇਨ ਕਰਨ ਦੇ ਲਈ ਕੋਈ ਸੂਟੇਬਲ ਐਟਮ ਨਾਲ ਬੈਠਾ ਹੈ। ਕਲੋਰੀਨ ਦੀ ਕਨਫਿਗਰੇਸ਼ਨ 287 ਹੈ, ਇਹ ਵਾਲਾ ਇਲੈਕਟ੍ਰॉन ਕਲੋਰੀਨ ਨੇ ਗੇਨ ਕਰ ਲਿਆ ਤੇ ਬਣ ਗਿਆ 288 ਕਲੋਰਾਈਡ। ਹੁਣ ਸੋਡੀਅਮ ਕਟਾਇਨ ਤੇ ਕਲੋਰਾਈਡ ਐਨਾਇਨ ਇਹ ਆਪਸ ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸ ਦੇ ਨਾਲ ਬੰਨੇ ਜਾਂਦੇ ਹੈ, ਬੌਂਡ ਬਣ ਗਿਆ। ਤਾਂ ਇੱਥੇ ਇਲੈਕਟ੍ਰੋਸਟੈਟਿਕ ਫੋਰਸ ਆਫ ਅਟਰੈਕਸ਼ਨ ਹੈ, ਇਸ ਬੌਂਡ ਦਾ ਨਾਮ ਹੈ ਆਇਨਿਕ ਬੌਂਡ। ਦੂਸਰੇ ਤਰੀਕੇ ਦੇ ਵਿੱਚ ਕੀ ਹੋ ਸਕਦਾ ਹੈ ਕਿ ਆਕਟੇਟ ਪੂਰਾ ਕਰਨ ਦੇ ਲਈ ਸ਼ੇਅਰਿੰਗ ਆਫ ਇਲੈਕਟ੍ਰॉन ਹੋ ਸਕਦਾ ਹੈ, ਜਿਵੇਂ ਆਕਸੀਜਨ ਮੋਲੀਕਿਊਲ, ਨਾਈਟ੍ਰੋਜਨ ਮੋਲੀਕਿਊਲ ਜਾਂ ਕਾਫੀ ਮੋਲੀਕਿਊਲਸ ਦੇ ਵਿੱਚ ਹੁੰਦਾ ਹੈ। ਹੁਣ ਆਪਾਂ ਆਕਸੀਜਨ ਮੋਲੀਕਿਊਲ ਹੀ ਦੇਖਦੇ ਹਾਂ, ਦੋ ਐਟਮ ਹੈ। ਆਕਸੀਜਨ ਦੇ ਇੱਕ ਐਟਮ ਦੀ ਕਨਫਿਗਰੇਸ਼ਨ 26 ਹੈ,
दूसरे एटम की कॉन्फिगरेशन भी 2 6 है। तो ऑक्सीजन के जिहड़े वैलेंस शैल दे विच 6 इलैक्ट्रॉन्स हैं, जे ऑक्सीजन दे विचों दी 2 इलैक्ट्रॉन आ वाले ऑक्सीजन दे 2 इलैक्ट्रॉन इस ऑक्सीजन दे नाल शेयर हो जाते हैं, डबल बॉन्ड बन जाता है, तो इस बॉन्डिंग दी टाइप नूं कहा जाता है कोवलेंट बॉन्ड। सो बेसिकली लुइस ने कहा कि चाहे आयनिक बॉन्ड है चाहे कोवलेंट बॉन्ड है, यानी इलेक्ट्रॉन चाहे लूज गेन हो रहे हैं चाहे इलेक्ट्रॉन शेयर हो रहे हैं, वो क्यों हो रहे हैं? क्योंकि हर एटम ने अपना ऑक्टेट पूरा करना है। लुइस द्वारा दिते गए कंसैप्ट नूं लैंगम्यूर नाम दे साइंटिस्ट ने जिथे गेन लॉस ऑफ इलेक्ट्रॉन है उस बॉन्ड का नाम आयनिक बॉन्ड दे दिता, ते जिथे शेयरिंग हो रही है इलेक्ट्रॉन्स दी उत्थे उनका नाम कोवलेंट बॉन्ड रख दिता गया। ये टर्म्स किने दित्तियां? लैंगम्यूर नाम दे साइंटिस्ट ने दित्तियां। लेटर ऑन ऑक्टेट रूल भी फेल हो गया सी। क्यों? उनके कुछ कारण है। सब तो पहला कारण ये है कि जिद्दां हीलियम दे केस च उत्थे तो ऑक्टेट हुंदा नहीं, हीलियम एक नोबल गैस है जिंदे च सिर्फ 2 इलेक्ट्रॉन हुंदे हैं। हुण जे इहदे कोले 2 इलेक्ट्रॉन यानी कि डुप्लेट है 2 इलेक्ट्रॉन्स करके ये स्टेबल है, जबकि बाकी सारिया नोबल गैसेस कोले 8 इलेक्ट्रॉन्स हुंदे हैं। सो ऑक्टेट रूल ये नहीं दस सकिया सी कि हीलियम डुप्लेट क्यों स्टेबल है ते बाकी नोबल गैसेस च ऑक्टेट क्यों स्टेबल है। हुण जिवें हाइड्रोजन है, हाइड्रोजन जदों नीयरेस्ट नोबल गैस कॉन्फिगरेशन हीलियम दी ले लैंदी है, एक्वायर कर लैंदी है, तो स्टेबलाइज हो जाती है। सो हाइड्रोजन नूं अपना ऑक्टेट नहीं पूरा करना पैंदा, बल्कि हाइड्रोजन दे केस च डुप्लेट पूरा कीते ही वो स्टेबलाइज हो जाती है। हुण कई एग्जाम्पल्स ऐसियां हैं जिथे ऑक्टेट पूरा नहीं हुंदा पर मॉलिक्यूल एग्जिस्ट करता है, जिवें बेरिलियम डाइफ्लोराइड, बोरोन ट्राइफ्लोराइड, एल्यूमीनियम ट्राइक्लोराइड, इस तरीके नाल काफी होर मॉलिक्यूल्स मौजूद हैं जिथे इनकंप्लीट ऑक्टेट हुंदा है। हुण जे ध्यान नाल देखो, बेरिलियम दे कोले 2 वैलेंस इलेक्ट्रॉन्स हुंदे हैं, बाहर वाले शेल च 2 इलेक्ट्रॉन है, फ्लोरीन कोले 7 हुंदे हैं। सो जे एक इलेक्ट्रॉन फ्लोरीन दा बेरिलियम दे एक नाल शेयर कर जाता है, इसे तरीके इधर शेयर कर जाता है, तो बेरिलियम कोले तो टोटल 4 होए, 1 2 3 4। सो बेरिलियम कोले 4 इलेक्ट्रॉन्स हैं, इनका तो ऑक्टेट पूरा नहीं होया, फिर भी ये मॉलिक्यूल स्टेबल है। सो इनकम्प्लीट ऑक्टेट वाले केसेस भी ऑक्टेट रूल द्वारा स्टेबिलिटी बेसिस पे एक्सप्लेन नहीं किए जा सके, जिवें आपां बोरोन ट्राइफ्लोराइड दी भी एग्जाम्पल देखते हैं। कई थावां ते ऑक्टेट नालों वध इलेक्ट्रॉन यानी कि एक्सपैंडेड ऑक्टेट भी मौजूद है, जिवें PCl5 है, SF6 है। इत्थे सेंट्रल एटम जिवें इत्थे फास्फोरस है या SF6 दे विच सल्फर है, तो इन्हां कोले मोर देन 8 इलेक्ट्रॉन्स है, जिवें फास्फोरस कोले यू कैन सी हियर 10 इलेक्ट्रॉन है या सल्फर कोले 12 इलेक्ट्रॉन्स है। सो ऑक्टेट रूल एक्सपैंडेड ऑक्टेट नू भी एक्सप्लेन नहीं कर सके। इस तो इलावा ऑड इलेक्ट्रॉन मॉलिक्यूल नू भी ऑक्टेट रूल एक्सप्लेन नहीं कर सकिया, जिवें कि नाइट्रिक ऑक्साइड है या NO2 भी एक ऐसा ही मॉलिक्यूल है जिंदे च ऑड इलेक्ट्रॉन हुंदा है। देखो नाइट्रोजन कोले 5 इलेक्ट्रॉन है वैलेंस शेल च, ऑक्सीजन कोले 6 है, टोटल मिला के 11 इलेक्ट्रॉन्स हो गए, जिन्हां दे विच जे आपां देखिए नाइट्रोजन कोले 5 केड़े-केड़े 1 2 3 4 5 और ऑक्सीजन कोले 6 है, 2 तो इन्हां ने शेयर कर लिया आपस दे विच। सो इत्थे जिहड़ा एक सिंगल इलेक्ट्रॉन रह गया, ये किसी नाल पेयर अप नहीं होया। सो ऑक्टेट रूल नाइट्रिक ऑक्साइड दी एग्जिस्टेंस नू भी एक्सप्लेन नहीं कर पाया। अगली जिहड़ी कमी ऑक्टेट रूल च पाई गई वो ये सी कि नोबल गैसेस नू मन्निया जाता है भी इन्हां दा कोई कंपाउंड नहीं बनता, पर अजकल जिवें आपां देखते हैं कि जीनॉन ते क्रिप्टॉन दे खास करके कंपाउंड्स बनते हैं। सो जो नोबल गैसेस ही रिएक्ट करी जाती हैं, जिवें जीनॉन डाइफ्लोराइड है, क्रिप्टॉन डाइफ्लोराइड है, तो नोबल गैसेस दी स्टेबिलिटी के आधार पर ही तो ऑक्टेट रूल बनया सी, ते जे नोबल गैसेस दे कंपाउंड बन रहे हैं तो इहदा मतलब ऑक्टेट रूल कामयाब नहीं हैगा। सो नैक्सट जिहड़ी कमी सी वो ये सी कि ऑक्टेट रूल ना तो मॉलिक्यूल्स दियां रिलेटिव स्टेबिलिटीज ते ना ही उन्हां दियां शेप्स बारे
कुछ दस सकिया। हुण देखो सारे मॉलिक्यूल मान लो जिवें हुण कार्बन डाइऑक्साइड है या वाटर है, ये जिहड़े भी मॉलिक्यूल्स हैगे हैं ये सारियां दे विच ऑक्टेट पूरे हो रहे हैं, ठीक है। पर कोई मॉलिक्यूल वध स्टेबल क्यों है ते कोई मॉलिक्यूल घट स्टेबल क्यों है? सो ये चीज भी ऑक्टेट रूल नहीं एक्सप्लेन कर पाया। ऑक्टेट रूल दियां लिमिटेशंस दे करके ही नवा कंसैप्ट आया जिन्हों ਅਸੀਂ ਕਹਿੰਦੇ हैं मॉडर्न कंसैप्ट ऑफ केमिकल बॉन्डिंग या ਇਹਨੂੰ ਆਪਾਂ लोअरिंग ऑफ एनर्जी कंसैप्ट भी कह ਦਿੰਦੇ हैं। ਹੁਣ ਆਪਾਂ ਨੂੰ ਪਤਾ ਹੈ ਕਿ ਕੁਦਰਤ ਦੇ ਵਿੱਚ ਹਰ ਸਿਸਟਮ ਮਿनिमम એનર્ਜੀ ਐਕਵਾਇਰ ਕਰਨਾ ਚਾਹੁੰਦਾ ਹੈ। ਮਿनिमम એનર્ਜੀ ਦਾ ਮਤਲਬ ਹੈ ਮੈਕਸਿਮਮ ਸਟੇਬਿਲਿਟੀ। ਹੁਣ ਦੇਖੋ ਜੇ ਇੱਕ ਆਪਾਂ ਰੈੱਡ ਹੌਟ ਆਇਰਨ ਰॉड ਲੈ ਲੈਨੇ ਆ, ਬਹੁਤ ਗਰਮ ਹੈ, ਤਾਂ ਇਹ ਕੀ ਕਰਦੀ ਹੈ, ਇਹ ਹੌਲੀ ਹੌਲੀ ਆਪਣੀ ਹੀਟ ਰੇਡੀਏਟ ਕਰਦੀ ਹੈ ਤਾਂ ਕਿ ਠੰਡੀ ਹੋ ਸਕੇ ਤੇ ਸਟੇਬਲ ਹੋ ਸਕੇ। ਜੇ ਆਪਾਂ ਵਾਟਰ ਦੇਖੀਏ ਤਾਂ ਵਾਟਰ ਹਮੇਸ਼ਾ ਉਚਾਈ ਤੋਂ ਹਾਈਟ ਤੋਂ यानी कि मोर पोटेंशियल एनर्जी तो ग्राउंड वाल आंदा है, यानी कि लो पोटेंशियल एनर्जी वाल। सो हर सिस्टम एवरी सिस्टम टेंड्स टू एक्वायर मिनिमम एनर्जी, घट्टो घट एनर्जी एक्वायर करना चाहता है। सो इसे तरीके नाल ही केमिकल बॉन्ड भी दो एटम्स दे विचकार उदों ही बनता है जदों इनदे विच डिक्रीज इन एनर्जी ਹੁੰਦੀ ਹੈ। सो कहने का मतलब ये होया कि आपां ऑक्टेट रूल भी पढ़िया है ते आपां मॉडर्न कंसैप्ट भी पढ़ लिया। एटम्स कंबाइन कर रहे हैं, दो रीजन हो सकते हैं। शुरू शुरू च समझा गया सी कि उन्होंने अपना ऑक्टेट पूरा करना है ते आजकल आपां ये कह दिंने हैं कि एनर्जी दे आधार ते एटम्स ने अपनी एनर्जी लोअर करनी हुंदी है, स्टेबलाइज तां हुंदे है जे एनर्जी उन्हां दी लोअर हुंदी है। स्टेबिलिटी एक्वायर करन दे लई दो एटम्स जिहड़े है वो कंबाइन करदे हैं। आई होप बेटा तुहानू केमिकल बॉन्ड की है ते केमिकल बॉन्ड क्यों बनदा है, व्हाई डू एटम्स कंबाइन, ये चीज समझ लग गई होएगी। नोट्स तुसी डिस्क्रिप्शन बॉक्स चों लै सकदे हो बेटा। थैंक यू।